ਤੇ ਬਹੁਤ ਸਾਰੇ ਕਹਿ ਦਿੰਦੇ ਨਹੀਂ ਮੈਨੂੰ ਕੁਝ ਹੋਇਆ ਨਹੀਂ, ਮੈਨੂੰ ਫਲੂ ਹੀ ਆ। ਪਰ ਜਿਸ ਤਰ੍ਹਾਂ ਮੈਨੂੰ ਐਡਰੀਅਨ ਡਿਕਸ ਨੇ ਕਿਹਾ, ਹਾਲੇ ਫਲੂ ਸੀਜ਼ਨ ਆਇਆ ਨਹੀਂ। ਆਪਣੇ ਇੱਥੇ ਫੰਕਸ਼ਨ ਪਹਿਲਾਂ ਵੀ ਕਾਫੀ ਹੁੰਦੇ ਸੀਗੇ, ਹੁਣ ਉਹ ਵੀ ਨਾ ਕੋਈ ਫੰਕਸ਼ਨ ਕਰ ਸਕਦਾ, ਨਾ ਤੁਸੀਂ ਕਿਸੇ ਦੇ ਫੰਕਸ਼ਨ ਤੇ ਜਾ ਸਕਦੇ ਆ, ਘਰ ਵੀ ਨਹੀਂ ਬਾਹਰ ਵੀ ਨਹੀਂ। ਮੇਰਾ ਬਹੁਤ ਜੀ ਕਰਦਾ ਸੀ ਜਾ ਕੇ ਪੜਦੋਤੀ ਨੂੰ ਵੀ ਫੜਾਂ ਤੇ ਆਪਣੀ ਬੇਟੀ ਨੂੰ ਵੀ ਮਿਲਾਂ, ਕਰਕੇ ਉਹਦੀ ਸਿਹਤ ਵੀ ਨਹੀਂ ਵਾਲੀ ਠੀਕ ਰਹਿੰਦੀ। ਪਰ ਮੈਂ ਫਿਰ ਵੀ ਉਹਨਾਂ ਨੂੰ ਕਿਹਾ ਗੋ ਡਾਇਰੈਕਟਲੀ ਟੂ ਦ ਫੈਮਿਲੀ। ਮੈਂ ਸੋਚਦੀ ਹਾਂ 310 ਆਪਣੇ BC ਵਿੱਚ ਪੂਰੇ ਹੋ ਗਏ। ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਪੁੱਛੋ, ਉਹਨਾਂ ਦੇ ਪਰਿਵਾਰਾਂ ਨੂੰ ਪੁੱਛੋ ਜਿਹੜੇ ਇਸ ਬਿਮਾਰੀ ਨਾਲ ਅੱਜ ਪੌੜੀਆਂ ਵੀ ਨਹੀਂ ਚੜ੍ਹ ਸਕਦੇ, ਉਹਨਾਂ ਨੂੰ ਜਾ ਕੇ ਪੁੱਛੋ। ਜਿਨ੍ਹਾਂ ਦੇ ਬੱਚਿਆਂ ਨੂੰ ਹੁਣ ਇਨਹੇਲਰ ਲੱਗ ਗਏ ਆ, ਉਹਨਾਂ ਨੂੰ ਜਾ ਕੇ ਪੁੱਛੋ। ਤੁਹਾਨੂੰ ਕੀ ਲੱਗਦਾ ਕਿ ਅੱਗੇ ਸਾਨੂੰ ਹੋਰ ਲਾਕਡਾਊਨ, ਕਿਉਂਕਿ ਅੱਜ ਜਦੋਂ ਅਸੀਂ ਪ੍ਰੀਮੀਅਰ ਦੀ ਪ੍ਰੈਸ ਕਾਨਫਰੰਸ ਦੇਖੀ ਤਾਂ ਉਹਦੇ ਵਿੱਚ ਲੱਗਦਾ ਸੀਗਾ ਕਿ ਹੋਰ ਰਿਸਟ੍ਰਿਕਸ਼ਨਸ ਆ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਕਿ ਲਾਕਡਾਊਨ ਤੱਕ ਪਹੁੰਚਣ ਦੀ ਨੌਬਤ ਆ ਸਕਦੀ ਹੈ ਜੇ ਕੇਸ ਇਸ ਤਰ੍ਹਾਂ ਵੱਧਦੇ ਰਹੇ? ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ TV। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਜਿਸ ਤਰ੍ਹਾਂ ਨਵੀਆਂ ਖਬਰਾਂ ਆ ਰਹੀਆਂ ਨੇ ਕਿ ਕਰੋਨਾ ਵਾਇਰਸ ਦੀ ਵੈਕਸੀਨ ਕੋਈ 90% ਕਾਰਗਰ ਸਾਬਿਤ ਹੋ ਰਹੀ ਹੈ ਤੇ ਕੋਈ 94.5, ਚਾਹੇ ਮੋਡਰਨਾ ਦੀ ਹੈ ਚਾਹੇ ਉਹ ਫਾਈਜ਼ਰ ਦੀ ਹੈ। ਪਰ ਇਸ ਵਿਚਕਾਰ ਅਸੀਂ ਦੂਸਰੀ ਵੇਵ ਦੇ ਵਿੱਚ ਹਾਂ ਤੇ ਦੂਸਰੀ ਵੇਵ ਦੇ ਵਿਚਕਾਰ ਕੇਸ ਲਗਾਤਾਰ ਵੱਧ ਰਹੇ ਨੇ। BC ਦੇ ਵਿੱਚ ਅਸੀਂ ਰਹਿੰਦੇ ਹਾਂ। BC ਨੂੰ ਜਿੱਥੇ ਮਾਰਚ ਦੇ ਵਿੱਚ ਸ਼ਾਬਾਸ਼ ਮਿਲ ਰਹੀ ਸੀ ਕਿ ਅਸੀਂ ਕਰੋਨਾ ਤੇ ਬਹੁਤ ਚੰਗੀ ਤਰ੍ਹਾਂ ਕਾਬੂ ਪਾਇਆ ਹੋਇਆ, ਉੱਥੇ ਹੀ ਹੁਣ ਰਿਕਾਰਡ ਬ੍ਰੇਕਿੰਗ ਨੰਬਰ ਸਾਡੇ ਸਾਹਮਣੇ ਆ ਰਹੇ ਨੇ। ਜੇ ਅਸੀਂ ਵੀਕਐਂਡ ਦੀ ਗੱਲ ਕਰੀਏ ਤਾਂ ਵੀਕਐਂਡ ਦੇ ਉੱਤੇ ਲਗਭਗ 2000 ਦੇ ਨੇੜੇ ਕੇਸ ਆਏ ਨੇ ਤੇ ਇੱਕ ਦਿਨ ਦੇ ਵਿੱਚ 717 ਕੇਸ ਆਉਣੇ, ਰਿਕਾਰਡ ਬ੍ਰੇਕਿੰਗ ਨੰਬਰਸ ਸਾਡੇ ਸਾਹਮਣੇ ਆਉਣੇ ਹੈਰਾਨੀ ਦਾ ਤੇ ਚਿੰਤਾ ਦਾ ਤੇ ਗੰਭੀਰ ਵਿਸ਼ਾ, ਤੇ ਨਾਲ 11 ਮੌਤਾਂ ਇੱਕ ਦਿਨ ਦੇ ਵਿੱਚ। ਤੇ ਅੱਗੇ ਜੇ ਅਸੀਂ ਪ੍ਰੀਕਾਸ਼ਨਸ ਨੂੰ, ਅਸੀਂ ਡਾਇਰੈਕਸ਼ਨਸ ਨੂੰ ਫੋਲੋ ਨਾ ਕੀਤਾ ਤਾਂ ਹੋਰ ਵੀ ਮੌਤਾਂ ਤੇ ਹੋਰ ਵੀ ਕੇਸ ਸਾਡੇ ਸਾਹਮਣੇ ਆ ਸਕਦੇ ਆ। BC ਸਰਕਾਰ ਇਸ ਦੇ ਲਈ ਕੀ ਕੁਝ ਕਰ ਰਹੀ ਹੈ? BC ਸਰਕਾਰ ਦੇ ਵੱਲੋਂ ਕਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਜਾ ਰਹੀਆਂ ਨੇ? ਕਿ ਅਨਦਰ ਲਾਕਡਾਊਨ ਸਾਨੂੰ ਦੇਖਣਾ ਪਏਗਾ? ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਫਿਲਹਾਲ ਮੇਰੇ ਨਾਲ MLA ਜਿਨੀ ਸਿਮਸ ਨੇ। ਆ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਜਾਣਦੇ ਹਾਂ ਉਹ ਕੀ ਸੋਚਦੇ ਨੇ ਇਹਨਾਂ ਕਰੋਨਾ ਵਾਇਰਸ ਦੇ ਕੇਸਿਸ ਦੇ ਬਾਰੇ ਤੇ BC ਸਰਕਾਰ ਦੇ ਵੱਲੋਂ ਹੋਰ ਕਿਹੜੇ ਐਲਾਨ ਆਉਣ ਵਾਲੇ ਨੇ। ਸਵਾਗਤ ਕਰਦੇ ਹਾਂ ਜਿਨੀ ਸਿਮਸ ਦਾ। ਜਿਨੀ ਸਿਮਸ, ਸਵਾਗਤ ਹੈ ਜੀ। ਥੈਂਕ ਯੂ। ਜਿਨੀ, ਜਦੋਂ ਮੈਂ ਕੇਸਿਸ ਦੀ ਗੱਲ ਕੀਤੀ ਹੈ ਸੋ ਬਹੁਤ ਅਸੀਂ ਵਰried ਹੈਗੇ ਆ ਕਿ ਹਰ ਰੋਜ਼ ਕੇਸ ਜਿਹੜੇ ਨਵੇਂ ਸਾਹਮਣੇ ਆ ਰਹੇ ਨੇ। ਵਾਟਸ ਯੂਅਰ ਟੇਕ ਔਨ ਦੈਟ? ਕੇਸ ਬਹੁਤ ਵੱਧ ਰਹੇ ਆ। ਆਪਾਂ ਸੋਚਿਆ ਸੀਗਾ ਕਰਕੇ ਆਪਾਂ ਕਰਵ ਨੂੰ ਫਲੈਟ ਕਰ ਦਿੱਤਾ ਸੀਗਾ। ਅਸੀਂ ਸੋਚਿਆ ਵੀ ਵਾਇਰਸ ਚੱਲ ਗਿਆ, ਪਰ ਵਾਇਰਸ ਗਿਆ ਨਹੀਂ। ਵਾਇਰਸ ਅੱਗੇ ਨਾਲੋਂ ਜ਼ਿਆਦਾ ਫੈਲਿਆ ਹੈਗਾ ਆ, ਪਰ ਆਪਾਂ ਪਰਹੇਜ਼ ਰੱਖਦੇ ਸੀਗੇ। ਫਿਰ ਅਸੀਂ ਥੋੜਾ ਜ਼ਿਆਦਾ ਕੰਫਰਟੇਬਲ ਹੋ ਗਏ, ਉਹ ਪਰਹੇਜ਼ ਰੱਖਣਾ ਛੱਡ ਦਿੱਤਾ। ਇੱਕ ਮੁੜ ਕੇ ਕੰਮ ਤੇ ਸਾਰੇ ਜਾਣ ਲੱਗ ਪਏ। ਫਿਰ ਮੌਸਮ ਵੀ ਵਧੀਆ ਸੀਗਾ, ਸਾਰੇ ਬਾਹਰ ਘੁੰਮਣ ਨੂੰ, ਸੋਸ਼ਲਾਈਜ਼ਿੰਗ ਵੀ ਜ਼ਿਆਦਾ ਥੋੜੀ ਹੋਣ ਲੱਗ ਪਈ। ਤੇ ਉਹਦੇ ਨਾਲ ਹੁਣ ਜਦੋਂ ਸਿਆਲ ਵੀ ਆ ਗਿਆ ਆ ਤੇ ਆਪਣੇ ਨੰਬਰ ਵੱਧ ਰਹੇ ਆ। ਤੇ ਬਹੁਤ ਸਾਰੇ ਕਹਿ ਦਿੰਦੇ ਨਹੀਂ ਮੈਨੂੰ ਕੁਝ ਹੋਇਆ ਨਹੀਂ, ਮੈਨੂੰ ਫਲੂ ਹੀ ਆ। ਪਰ ਜਿਸ ਤਰ੍ਹਾਂ ਮੈਨੂੰ ਐਡਰੀਅਨ ਡਿਕਸ ਨੇ ਕਿਹਾ, ਹਾਲੇ ਫਲੂ ਸੀਜ਼ਨ ਆਇਆ ਨਹੀਂ। ਸੋ ਇਸ ਕਰਕੇ ਆਪਾਂ ਨੂੰ ਜੇ ਤੁਹਾਡੇ ਕੋਲ ਕੋਈ ਵੀ ਸਿੰਪਟਮਸ ਹੈਗਾ ਆ, ਗੋ ਐਂਡ ਗੈਟ ਯੋਰਸੈਲਫ ਟੈਸਟਡ। ਤੇ ਬਾਹਰ ਨਾ ਜਾਵੋ, ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰੋ, ਕੰਮ ਤੇ ਨਾ ਜਾਵੋ। ਦੇਖੋ ਬਹੁਤ ਸਾਰੇ ਕਹਿੰਦੇ ਆ ਵੀ ਜਿੱਦਾਂ ਇਹਨੂੰ ਕੋਈ ਹੋਰ ਆ ਕੇ ਸੰਭਾਲ ਲਵੇ। ਇਹ ਜੇ ਸੰਭਾਲ ਹੋਣਾ ਆ ਕੋਵਿਡ ਵਾਇਰਸ, ਇਹ ਆਪਾਂ ਨੂੰ, ਹਰੇਕ ਇਨਸਾਨ ਨੂੰ, ਜਿਹੜਾ ਵੀ BC ਵਿੱਚ ਰਹਿੰਦਾ ਆ, ਜਿਹੜਾ ਵੀ ਕੈਨੇਡਾ ਵਿੱਚ ਰਹਿੰਦਾ ਆ, ਜਿਹੜਾ ਦੁਨੀਆ ਵਿੱਚ ਰਹਿੰਦੇ ਆ, ਇਹ ਸਾਡੇ ਜ਼ਿੰਮੇਵਾਰੀ ਆ ਵੀ ਅਸੀਂ ਕੁਛ ਕਰੀਏ। ਜੇ ਅਸੀਂ ਨਾ ਕੀਤਾ, ਜਿੰਨੇ ਮਰਜ਼ੀ ਕਾਨੂੰਨ ਹੋਣ, ਉਹਨਾਂ ਨੂੰ ਲੋਕਾਂ ਨੇ ਫਿਰ ਫਲੋਂਟ ਕਰਨੇ ਆ ਤੇ ਇਗਨੋਰ ਕਰਨ ਲੱਗ ਪੈਂਦੇ ਆ। ਇਸ ਵਕਤ ਜੇ ਤੁਸੀਂ ਅੰਦਰ ਜਾਣਾ, ਬੇਸ਼ੱਕ ਦੀ ਸ਼ਾਪਿੰਗ ਜਾਂਦੇ ਆ, ਵੇਅਰ ਅ ਮਾਸਕ। ਜੇ ਤੁਸੀਂ ਘਰੋਂ ਬਾਹਰ ਆ, ਕਿਸੇ ਦੇ ਗਏ ਆ ਸ਼ਾਪਿੰਗ ਜਾਂ ਬਾਹਰ ਟੂ ਸਿਟੀ ਹਾਲ, ਵੇਅਰ ਯੋਰ ਮਾਸਕ। ਇੱਕ ਦੂਸਰੇ ਦੇ ਘਰ ਨਾ ਜਾਵੋ। ਹੁਣ ਇਹ ਕਿਹਾ ਜੇ ਤੁਹਾਡੇ ਘਰ ਵਿੱਚ 2 ਤੋਂ ਜ਼ਿਆਦਾ ਰਹਿੰਦੇ ਆ, ਤੁਹਾਨੂੰ ਕਿਸੇ ਦੇ ਘਰ ਵਿੱਚ ਜਾਣ ਨੂੰ ਰੋਕਿਆ ਆ ਇਸ ਵਕਤ। ਬਿਲਕੁਲ। ਪਰ ਮੈਂ ਦਾਅਵੇ ਨਾਲ ਕਹਿ ਦਿੰਦੀ ਆ, ਹਾਲੇ ਵੀ ਲੋਕ ਮਿਲਦੇ ਜੁਲਦੇ ਹੈਗੇ ਆ। ਸੋ ਇਹ ਆਪਾਂ ਨੂੰ ਜ਼ਰੂਰੀ ਹੈਗਾ ਕਰਕੇ ਕੋਵਿਡ ਨੂੰ ਜੇ ਰੋਕਣਾ ਆ, ਜ਼ਰੂਰਤ ਹੈਗੀ ਆ ਜਿਹੜਾ ਟ੍ਰਾਂਸਮਿਸ਼ਨ ਲਾਈਨਸ ਹੈਗੀ ਆ ਉਹਨਾਂ ਨੂੰ ਆਪਾਂ ਰੋਕੀਏ। ਉਹ ਰੁਕਦੀ ਆ ਦੂਰੀ ਨਾਲ, stay 6 feet apart, keep wearing a mask if you're going indoors, do not visit anybody and do not have anybody visit you. Yeah. No traveling
ਅਨਲੈਸ ਇਟਸ ਐਸੈਂਸ਼ੀਅਲ। ਇਹ ਨਹੀਂ ਵੀ ਤੁਸੀਂ ਗਰੋਸਰੀ ਸ਼ਾਪਿੰਗ ਨਹੀਂ ਜਾ ਸਕਦੇ, ਪਰ ਰੋਜ਼ ਜਾਣ ਦੀ ਲੋੜ ਨਹੀਂ। ਬਿਲਕੁਲ। ਆਪਣੀ ਪਲਾਨਿੰਗ ਕਰੋ, ਹਫਤੇ 2 ਹਫਤੇ ਤੋਂ ਬਾਅਦ ਜਿਹੜੀ ਚੀਜ਼ ਹੈਗੀ ਉਹ ਜਾ ਕੇ ਇੱਕ ਜਾਣਾ ਜਾ ਕੇ ਲੈ ਆਵੇ। ਜੀ। ਤੇ ਨਾਲੇ ਅੱਜ ਕੱਲ੍ਹ ਨਾ ਵਿਸਲਰ ਜਾਣ ਦੀ ਜ਼ਰੂਰਤ ਆ, ਨਾ ਹੈਰਿਸਨ ਹੌਟ ਸਪ੍ਰਿੰਗ ਜਾਣ ਦੀ ਜ਼ਰੂਰਤ ਆ, ਨਾ ਹੀ ਆਈਲੈਂਡ ਨੂੰ ਜਾਣ ਦੀ ਜ਼ਰੂਰਤ ਆ। ਜੀ ਕਰਦਾ ਸਾਰਿਆਂ ਦਾ ਕਰਕੇ, ਚਿਰ ਹੋ ਗਿਆ ਆਪਾਂ ਨੂੰ ਕਿਤੇ ਗਿਆ ਨੂੰ, ਬਟ ਇਹ ਉਹ ਮਾਹੌਲ ਹੈ ਨਹੀਂਗਾ। ਆਪਾਂ ਨੂੰ ਆਪਣੇ ਹੱਥਾਂ ਵਿੱਚ ਹੈਗਾ ਆ ਵੀ ਜੇ ਅਸੀਂ ਇਹਨੂੰ ਸੰਭਾਲੀਏ। ਬਿਲਕੁਲ। ਡਾਕਟਰ ਹੈਨਰੀ ਨੇ ਵੀ ਕਿਹਾ ਕੱਲ ਕਿ ਸਟਾਪ ਟਰੈਵਲਿੰਗ ਰਾਈਟ ਨਾਓ। ਜੇ ਤੁਸੀਂ ਸਿਰਫ ਆਪਣੇ ਨੇਬਰਹੁੱਡ ਦੇ ਵਿੱਚ ਰਹੋ, ਜਿਸ ਤਰ੍ਹਾਂ ਅਸੀਂ ਪਹਿਲਾਂ ਰਹਿੰਦੇ ਸੀ ਕਿ ਸਿਰਫ ਆਪਣੇ ਨੇਬਰਹੁੱਡ ਦੇ ਵਿੱਚ ਜੇ ਵਾਕ ਜਾਣਾ ਹੈ ਤਾਂ ਵੀ ਤੁਸੀਂ ਨੇਬਰਹੁੱਡ ਦੇ ਵਿੱਚ ਜਾਓ, ਜੇ ਤੁਸੀਂ ਆਪਣੇ ਘਰ ਦੇ ਵਿੱਚ ਤੁਹਾਡੀ ਫੈਮਿਲੀ ਹੈਗੀ ਹੈ, ਘਰ ਦੇ ਉਹਨਾਂ ਦੀ ਫੈਮਿਲੀ ਦੇ ਨਾਲ ਹੀ ਟਾਈਮ ਸਪੈਂਡ ਕਰੋ, ਪਰ ਬਾਹਰ ਜਾਣ ਦੀ ਲੋੜ ਨਹੀਂ, ਆਪਣੇ ਬਬਲ ਤੋਂ ਬਾਹਰ ਜਾਣ ਦੀ ਲੋੜ ਨਹੀਂ। ਹੁਣ ਤੁਹਾਡਾ ਬਬਲ ਦੀ ਗੱਲ ਕਰ ਲਈਏ, ਕਈ ਸੋਚਦੇ ਬਬਲ ਸਾਡਾ ਪਰਿਵਾਰ ਆ, ਬੇਸ਼ੱਕ ਦੀ 10 ਘਰਾਂ 'ਚ ਰਹਿੰਦਾ ਆ। ਤੁਹਾਡਾ ਬਬਲ ਹੈਗਾ ਆ ਜਿਹੜੇ ਲੋਕ ਤੁਹਾਡੇ ਘਰ ਵਿੱਚ ਰਹਿੰਦੇ ਆ, ਇਨ ਵਨ ਹਾਊਸ। ਕਈ ਵਾਰ ਇਸ ਕਹਿੰਦੇ ਉਹ ਵੀ ਸਾਡਾ ਘਰ ਹੀ ਹੈ। ਨਹੀਂ, ਇੱਕ ਘਰ ਜਿਹੜਾ ਤੁਹਾਡਾ ਪ੍ਰਾਇਮਰੀ ਰੈਜ਼ੀਡੈਂਸ ਹੈਗਾ ਆ, that is your bubble, not another house included in there। ਜੇ ਤੁਸੀਂ ਇਕੱਲੇ ਰਹਿੰਦੇ ਆ, if you are living by yourself, ਇਕੱਲੇ ਰਹਿੰਦੇ ਆ, ਫਿਰ ਤੁਸੀਂ 2 ਜਾਣਿਆਂ ਹੋਰ ਨੂੰ ਆਪਣੇ ਬਬਲ ਵਿੱਚ ਪਾ ਸਕਦੇ ਆ, but the same too। ਬਟ ਖਾਸ ਆਪਾਂ ਸਰੀ ਦੀ ਗੱਲ ਕਰੀਏ, ਮੈਂ ਨੰਬਰ ਪਾਏ ਸੀਗੇ ਤੇ ਮੈਂ ਰੋਜ਼ ਪਾਉਂਦੀ ਹਾਂ, ਤੁਹਾਨੂੰ ਪਤਾ ਜਦੋਂ ਅਪਡੇਟ ਆ ਜਾਵੇ ਪਾ ਦੇਈਦੀ ਆ। ਤੇ 2-3 ਨੇ ਮੈਨੂੰ ਸਵਾਲ ਪੁੱਛਿਆ ਵੀ ਤੂੰ ਸਰੀ ਦਾ ਕਾਹਤੇ ਜੁਦਾ ਲਿਖਿਆ। I was about to ask you that। ਤੇ ਮੈਂ ਸਰੀ ਦਾ ਕਿਉਂ ਲਿਖਿਆ ਸੀਗਾ ਜੁਦਾ ਕਰਕੇ, ਫਰੇਜ਼ਰ ਹੈਲਥ ਦੇ ਵਿੱਚ ਇਸ ਵਕਤ ਹਾਈਐਸਟ ਗਰੋਥ ਰੇਟ ਹੈਗਾ ਆ ਫਰੇਜ਼ਰ ਹੈਲਥ ਦੇ ਵਿੱਚ। ਤੇ ਜਦੋਂ ਮੰਡੇ ਦੇ ਨੰਬਰ ਆਪਾਂ ਦੇਖੇ ਸੀਗੇ 1900 ਕੁਛ ਸੀਗਾ ਮੰਡੇ ਨੂੰ ਜੀ, ਉਹਦੇ ਵਿੱਚੋਂ 66% ਤੋਂ ਉੱਪਰ almost 70% ਸੀਗਾ ਫਰੇਜ਼ਰ ਹੈਲਥ ਦਾ, 800 ਸਮਥਿੰਗ। ਸੋ there you go, 66%। ਤੇ ਪਰ ਉਹਦੇ ਵਿੱਚੋਂ 1300 ਸੀਗਾ ਸੌਰੀ ਫਰੇਜ਼ਰ ਹੈਲਥ ਦਾ, ਉਹਦੇ ਵਿੱਚੋਂ 1000 ਸੀਗਾ ਸਰੀ ਦਾ। ਸੋ ਇਸ ਕਰਕੇ ਬਹੁਤ ਜਾਣਨਾ ਜ਼ਰੂਰੀ ਆ। ਸਭ ਤੋਂ ਥੱਲੇ ਨੰਬਰ ਸੀਗੇ ਰਿਚਮੰਡ ਦੇ ਵਿੱਚ, ਕਿਉਂਕਿ ਰਿਚਮੰਡ ਵਿੱਚ ਜਿਹੜੇ ਰਹਿੰਦੇ ਆ ਉਹਨਾਂ ਦਾ ਸੋਸ਼ਲਾਈਜ਼ਿੰਗ, ਫੈਮਿਲੀ ਇੰਟਰੈਕਸ਼ਨਸ ਥੋੜੇ ਕਿ ਡਿਫਰੈਂਟ ਹੈਗੇ ਆ ਜੀ। ਆਪਣੇ ਇੱਥੇ ਫੰਕਸ਼ਨ ਪਹਿਲਾਂ ਵੀ ਕਾਫੀ ਹੁੰਦੇ ਸੀਗੇ, ਹੁਣ ਉਹ ਵੀ ਨਾ ਕੋਈ ਫੰਕਸ਼ਨ ਕਰ ਸਕਦਾ, ਨਾ ਤੁਸੀਂ ਕਿਸੇ ਦੇ ਫੰਕਸ਼ਨ ਤੇ ਜਾ ਸਕਦੇ ਆ, ਘਰ ਵੀ ਨਹੀਂ ਬਾਹਰ ਵੀ ਨਹੀਂ। ਅੱਗੇ ਵੈਡਿੰਗ ਰਿਸੈਪਸ਼ਨ ਅਪ ਟੂ 50 ਸੀਗੇ, ਨੋ ਵੈਡਿੰਗ ਰਿਸੈਪਸ਼ਨਸ, ਨੋ ਜੇ ਤੁਹਾਡੇ ਘਰ ਕੋਈ ਅੰਤਮ ਸੰਸਕਾਰ ਵੀ ਤੁਸੀਂ ਕੀਤਾ ਬਾਹਰ, ਫਿਰ ਵੀ ਮਗਰੋਂ ਵੀ ਗੈਦਰਿੰਗ, ਹੁਣ ਸਾਰੇ ਵਿੱਚ ਰੁਕਾਵਟ ਹੈਗੀ ਆ ਜੀ। ਸੋ ਫਿਰ ਵੀ ਸਾਡੇ ਸਰੀ ਦੇ ਨੰਬਰ ਵੱਧ ਰਹੇ ਆ ਜੀ। ਮੈਨੂੰ ਪਤਾ ਕਈ ਕਾਰਨ ਹੈਗੇ ਆ। ਇੱਕ ਹੈਗੇ ਸਾਡੇ ਕੋਲ ਇੱਥੇ ਹੈਲਥ ਕੇਅਰ ਵਰਕਰਸ ਬਹੁਤ ਆ, ਸਾਡੇ ਕੋਲ ਜਿਹੜੇ ਐਸੈਂਸ਼ੀਅਲ ਸਰਵਿਸਿਜ਼ ਵਰਕਰਸ ਉਹ ਵੀ ਬਹੁਤ ਸਰੀ 'ਚ ਰਹਿੰਦੇ ਆ। ਪਰ ਜੇ ਤੁਸੀਂ ਡਾਕਟਰ ਬੌਨੀ ਹੈਨਰੀ ਕਹਿੰਦੀ ਆ ਨਾ, ਜੇ ਉਹ ਨੰਬਰ ਵੀ ਤੁਸੀਂ ਪਾਸੇ ਨੂੰ ਕਰ ਦਿਓ, ਸਭ ਤੋਂ ਵੱਡਾ ਕਾਰਨ ਸਪਰੈਡ ਦਾ ਹੈਗਾ ਆ ਸੋਸ਼ਲਾਈਜ਼ਿੰਗ, ਇਕੱਠੇ ਹੋਣਾ, ਘਰਾਂ ਦੇ ਵਿੱਚ, ਬਾਹਰ ਜਾ ਕੇ ਇਕੱਠੇ ਹੋਣਾ। ਸੋ ਇਸ ਕਰਕੇ ਬਹੁਤ ਹੀ ਜ਼ਰੂਰਤ ਹੈਗੀ ਆ। ਮੈਨੂੰ ਪਤਾ ਅੱਜ ਵੇਲੇ ਲੱਗਦਾ ਵੀ ਅਸੀਂ ਕਿੰਨੀ ਵਾਰੀ ਕਹੀਏ, ਮੈਂ ਤਾਂ ਕਹਿੰਦੀ ਕਹੀ ਜਾਣਾ, ਕਿਉਂਕਿ ਸਮਝਣ ਦੀ ਬਹੁਤ ਹੀ ਜ਼ਰੂਰਤ ਹੈਗੀ ਆ ਵੀ ਅਸੀਂ ਜੇ ਆਪਣੇ ਲਈ ਨਹੀਂ ਕਰਨਾ, ਤੁਹਾਨੂੰ ਆਪਣੀ ਸਿਹਤ ਦੀ ਪਰਵਾਹ ਨਹੀਂ ਜੀ, ਦੂਸਰੇ ਦੀ ਸਿਹਤ ਦੀ ਪਰਵਾਹ ਕਰਕੇ ਤੁਸੀਂ ਪਰਹੇਜ਼ ਰੱਖੋ। ਅੱਛਾ ਜਿਹਨੇ ਤੁਸੀਂ ਸਰੀ ਦੀ ਗੱਲ ਕੀਤੀ ਹੈ, ਤੇ ਉਸ ਤੋਂ ਪਹਿਲਾਂ ਜਦੋਂ ਪ੍ਰੋਵਿੰਸ 'ਚ ਨੰਬਰ ਦੇਣੇ ਸ਼ੁਰੂ ਕੀਤੇ ਹੈ ਕਿ ਆ ਕਰੋਨਾ ਵਾਇਰਸ ਹੈ, ਇਹ ਕੇਸ ਆਉਂਦੇ ਆ, ਪਹਿਲਾਂ ਟੋਟਲ ਨੰਬਰ ਦਿੰਦੇ ਸੀ, ਫਿਰ ਬਾਅਦ 'ਚੋਂ ਵੈਨਕੂਵਰ ਕੋਸਟਲ ਹੈਲਥ ਦੇ ਅਲੱਗ, ਇੰਟੀਰੀਅਰ ਦੇ ਅਲੱਗ ਉਹ ਨੰਬਰ ਦੇਣ ਲੱਗ ਗਏ। ਪਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਰੀਜ਼ਨ ਦੱਸੇ ਕਿ ਵੈਨਕੂਵਰ ਵਿੱਚ ਕਿਹੜੇ ਆਉਂਦੇ ਆ, ਫਰੇਜ਼ਰ ਵੈਲੀ 'ਚ ਕਿਹੜੇ ਆਉਂਦੇ ਆ, ਇੰਟੀਰੀਅਰ 'ਚ ਕਿਹੜੇ ਆਉਂਦੇ ਆ। ਪਰ ਰੀਸੈਂਟਲੀ ਉਹਨਾਂ ਨੇ ਪਰਪਲ ਜ਼ੋਨ, ਜਦੋਂ ਅਸੀਂ ਮੈਪ ਦੇਖਦੇ ਹਾਂ ਨਾ, ਪਰਪਲ ਜ਼ੋਨ ਦੇ ਵਿੱਚ ਸਾਰੇ, ਜਦੋਂ ਅਸੀਂ ਸਰੀ ਐਬਸਫੋਰਡ ਦੀ ਗੱਲ ਕਰੀਏ, ਡਾਲਟਾ ਦੀ ਗੱਲ ਕਰੀਏ, ਸੋ ਸਾਰੇ ਵੈਨਕੂਵਰ ਸਾਰੇ ਜਿਹੜੇ ਸ਼ਹਿਰ ਹੈਗੇ ਆ ਉਹਨਾਂ ਦੇ ਵਿੱਚ ਆਉਂਦੇ ਆ। ਪਰ ਹੁਣ ਸਰੀ ਦੇ ਵਿੱਚ ਸਭ ਤੋਂ ਜ਼ਿਆਦਾ ਜਦੋਂ ਅਸੀਂ ਹਾਈਐਸਟ ਦੇਖਦੇ ਹਾਂ 4-5 ਹਜ਼ਾਰ ਦੇ ਕਰੀਬ ਕੇਸ ਕੱਲੀ ਸਰੀ ਦੇ ਵਿੱਚ ਹੈਗੇ ਆ। ਪਰ ਜਦੋਂ ਹੁਣ ਤੁਸੀਂ ਕਿਹਾ, ਤੁਹਾਨੂੰ ਵੀ ਮੈਸੇਜ ਆਇਆ ਬਹੁਤ ਸਾਰੇ ਲੋਕਾਂ ਦੇ ਕਿ ਤੁਸੀਂ ਸਰੀ ਨੂੰ ਅੱਡ ਕਿਉਂ ਲਿਖਦੇ ਹੋ, ਜਾਂ ਸਰੀ ਦੇ ਲਈ ਜ਼ਿਆਦਾ ਨੰਬਰ ਹੈਗੇ ਆ, ਕਿਉਂ ਸਰੀ ਹੋ ਰਿਹਾ ਹੈਗਾ। ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਕੋਈ ਲੋਕ ਸਵਾਲ ਉਠਾਉਂਦੇ ਆ, ਡਿਸਕ੍ਰਿਮੀਨੇਸ਼ਨ ਹੈਗਾ ਆ, ਰੇਸਿਜ਼ਮ ਹੈਗਾ ਆ, ਸੋ ਇਦਾਂ ਦੀ ਕੋਈ ਚੀਜ਼ ਹੈਗੀ ਹੈ ਕੋਵਿਡ ਨੂੰ ਲੈ ਕੇ? ਦੇਖੋ,
ਕੋਵਿਡ ਇੱਕ ਵਾਇਰਸ ਆ। ਨਾ ਵਾਇਰਸ ਤੁਹਾਡਾ ਰੰਗ ਦੇਖਦਾ, ਬਿਲਕੁਲ, ਨਾ ਵਾਇਰਸ ਦੇਖਦਾ ਵੀ ਤੁਹਾਡਾ ਧਰਮ ਕੀ ਆ, ਨਾ ਵਾਇਰਸ ਦੇਖਦਾ ਵੀ ਤੁਸੀਂ ਅਮੀਰ ਆ ਜਾਂ ਗਰੀਬ ਆ। ਵਾਇਰਸ ਇਜ਼ ਅ ਵਾਇਰਸ। ਉਹ ਜਿਹੜੇ ਨੰਬਰ ਹੁਣ ਦੱਸੀ ਦੇ ਆ ਕਰਕੇ ਲੋਕ ਕਹਿੰਦੇ ਸੀ ਸਾਨੂੰ ਦੱਸੋ ਵੀ ਕਿੱਥੇ ਕਿੱਥੇ ਆ। ਇਹ ਨਹੀਂ ਵੀ ਸਿਰਫ ਸਰੀ ਦੇ ਨੰਬਰ ਆਉਂਦੇ ਆ, ਆਬਟਸਫੋਰਡ ਦੇ ਵੀ ਵਿੱਚ ਆ, ਰਿਚਮੰਡ ਦੇ ਵੀ ਵਿੱਚ ਆ, ਨੌਰਥ ਵੈਨ ਦੇ ਵੀ ਆ, ਵੈਸਟ ਵੈਨ ਦੇ ਵੀ ਵਿੱਚ ਹੈਗੇ ਆ। ਸਾਰੇ ਲੋਅਰ ਮੇਨਲੈਂਡ ਦੇ ਨੰਬਰ ਦਿਖਾ ਲਈਦੇ ਆ ਜੀ। ਪਰ ਜਦੋਂ ਅਸੀਂ ਉਹ ਸਾਰੇ ਨੰਬਰ ਦੇਖਦੇ ਆ ਨਾ, ਦੇਖੀਦਾ ਆ ਰਿਚਮੰਡ ਇਜ਼ ਐਟ ਦ ਬਾਟਮ, ਸਰੀ ਇਜ਼ ਐਟ ਦ ਟਾਪ। per capita ਆਪਾਂ ਗੱਲ ਕਰ ਲੈਂਦੇ ਆ, per capita compared to Vancouver ਉਦਾਂ ਤਾਂ ਨੰਬਰ ਥੋੜੇ ਲੱਗਦੇ ਵੀ ਬੜਾ ਫਰਕ ਹੈ ਨਹੀਂ, ਪਰ ਜਦੋਂ ਤੁਸੀਂ per capita ਦੇਖੋ ਵੀ ਕਿੰਨੇ ਲੋਕ ਵੈਨਕੂਵਰ ਚ ਰਹਿੰਦੇ, ਕਿੰਨੇ ਸਰੀ ਚ ਰਹਿੰਦੇ ਆ, ਉਹ ਅਕਤੂਬਰ ਤੋਂ ਪਹਿਲਾਂ ਇੰਨਾ ਫਰਕ ਹੈ ਨਹੀਂ ਸੀਗਾ। ਪਰ ਜਦੋਂ ਨਵੰਬਰ ਦੇ ਨੰਬਰ ਹੁਣ ਦੇਖੀਦੇ ਆ ਉਦੋਂ ਬਹੁਤ ਹੀ ਡਰ ਲੱਗਦਾ ਆ। ਦੇਖੋ ਇਸ ਤਰ੍ਹਾਂ ਪਰਹੇਜ਼ ਰੱਖਣਾ ਪੈਣਾ, ਇਹ ਨਹੀਂ ਵੀ ਦੂਸਰੇ ਨੂੰ ਕਹੋ ਤੁਸੀਂ ਕਰੋ, ਆਪ ਵੀ ਕਰਨਾ ਪੈਣਾ ਆ। ਮੈਂ ਤੁਹਾਨੂੰ ਸਿੰਪਲ ਜਿਹੀ ਗੱਲ ਦੱਸ ਦਿੰਦੀ ਹਾਂ। ਮੇਰੀ ਬੇਟੀ ਤੇ ਮੇਰੀ ਪੜਦੋਤੀ ਉਹ ਵਿਨਨ ਗਏ ਸੀਗੇ, ਹਫ਼ਤਾ ਤੋਂ ਉੱਪਰ ਹੋ ਗਿਆ ਤੇ 3 ਦਿਨ ਉਹਨਾਂ ਨੇ ਉੱਥੇ ਮਿਲਣਾ ਸੀਗਾ ਉਹਦੇ ਵੀ ਸਹੁਰਿਆਂ ਨੂੰ, ਤੇ ਫਿਰ ਉਹਨਾਂ ਆਉਣਾ ਸੀਗਾ ਮੇਰੇ ਕੋਲ 3 ਦਿਨ। ਪਰ ਜਦ ਤੱਕ ਡਾਕਟਰ ਬੌਨੀ ਹੈਨਰੀ ਨੇ ਕਹਿ ਦਿੱਤਾ ਸੀ ਯੂ ਕੈਨ ਨਾਟ ਵਿਜ਼ਿਟ ਫਰਮ ਵਨ ਹਾਊਸ ਹੋਲਡ ਟੂ ਅਨਦਰ, ਇਸ ਕਰਕੇ ਜਦੋਂ ਵੈਨਕੂਵਰ ਵਿੱਚ ਆਏ ਬਿਕਾਜ਼ ਦੇ ਹੈਡ ਟੂ ਗੋ ਥਰੂ ਸਰੀ, ਮੇਰਾ ਬਹੁਤ ਜੀ ਕਰਦਾ ਸੀ ਜਾ ਕੇ ਪੜਦੋਤੀ ਨੂੰ ਵੀ ਫੜਾਂ ਤੇ ਆਪਣੀ ਬੇਟੀ ਨੂੰ ਵੀ ਮਿਲਾਂ, ਕਰਕੇ ਉਹਦੀ ਸਿਹਤ ਵੀ ਨਹੀਂ ਵਾਲੀ ਠੀਕ ਰਹਿੰਦੀ। ਪਰ ਮੈਂ ਫਿਰ ਵੀ ਉਹਨਾਂ ਨੂੰ ਕਿਹਾ go directly to the ferry and go back home, right? Because that's the right thing to do. ਇਹ ਨਹੀਂ ਵੀ ਮੈਨੂੰ ਡਰ ਸੀਗਾ ਵੀ ਉਹਨਾਂ ਨੇ ਮੈਨੂੰ ਦੇ ਦੇਣਾ ਜਾਂ ਮੈਨੂੰ ਡਰ ਸੀ ਮੈਂ ਉਹਨਾਂ ਨੂੰ ਦੇ ਦੇਣਾ, ਪਰ ਇਹ ਆ ਵੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਇੰਨਾ ਜ਼ਿਆਦਾ ਫੈਲਦਾ ਆ, ਕਿਉਂ ਉਹ ਚਾਂਸ ਲੈਣਾ ਤੇ ਮਗਰੋਂ ਗਿਲਟ ਵਿੱਚ ਰਹਿਣਾ। ਕੋਈ ਨਹੀਂ ਚਾਹੁੰਦਾ ਵੀ ਅਸੀਂ ਕਿਸੇ ਨੂੰ ਹੋਰ ਨੂੰ ਦਈਏ। ਸੋ ਇਸ ਕਰਕੇ ਆਪਣਾ ਜੀ ਵੀ ਕਰਦਾ ਆ ਜਦੋਂ ਭੈਣਾਂ ਲਾਗੇ ਰਹਿਣ। ਮੇਰੀ ਤਾਂ ਭੈਣ ਬਹੁਤ ਦੂਰ ਰਹਿੰਦੀ ਹੈ, ਸਾਨੂੰ ਤਾਂ ਮਿਲ ਵੀ ਨਹੀਂ ਹੋਇਆ ਪਿਛਲੇ ਸਾਲ ਤੋਂ ਨਾ। ਤੇ ਜਿਹੜੇ ਲਾਗੇ ਭੈਣ ਭਰਾ ਰਹਿੰਦੇ ਆ ਉਹ ਕਹਿੰਦੇ ਕਿਤੇ ਨਹੀਂ ਕਾਰ ਦੂਰ ਖੜੀ ਕਰਕੇ ਜਾ ਕੇ ਮਿਲ ਆਈਏ। ਤੁਸੀਂ ਕਿਸੇ ਨੂੰ ਚੀਟ ਨਹੀਂ ਕਰ ਰਹੇ ਕਰਕੇ। ਜਿਹੜਾ ਵਾਇਰਸ ਹੈ ਉਹ ਨਹੀਂ ਦੇਖਣਾ ਤੁਸੀਂ ਕਿਸ ਤਰੀਕੇ ਦੇ ਨਾਲ ਆਏ ਸੀ ਵੀ ਕਾਂ ਤੁਹਾਡੀ ਜਿਹੜੀ ਥਿੰਕਿੰਗ ਪੋਜ਼ਿਟਿਵ ਥਿੰਕਿੰਗ ਸੀਗੀ, ਤੁਸੀਂ ਭੈਣ ਭਰਾ ਨੂੰ ਮਿਲਣ ਆਏ ਸੀ। A virus is a virus. ਬਿਲਕੁਲ ਤੁਸੀਂ ਦੂਸਰੇ ਦੇ ਘਰ ਲਿਜਾ ਵੀ ਸਕਦੇ ਆ। ਕਈ ਕਹਿ ਦਿੰਦੇ ਵੀ ਯੰਗ ਨੂੰ ਤਾਂ ਬੜਾ ਫਰਕ ਹੀ ਨਹੀਂ ਪੈਂਦਾ, ਪਰ ਅੱਜ ਕੱਲ ਜਿਹੜੀਆਂ 2-3 ਮੌਤਾਂ ਆਈਆਂ they were young in their 30s, ਉਹ ਸਿਆਣੇ ਨਹੀਂ ਸੀਗੇ। 18+ ਦੇ ਜਿਹੜੇ ਕੇਸਿਸ ਹੈਗੇ ਆ ਬਹੁਤ ਜ਼ਿਆਦਾ ਆ ਰਹੇ ਆ ਹਸਪੀਟਲਸ ਦੇ ਵਿੱਚ। ਈਵਨ BC ਦੇ ਡਾਕਟਰ ਹੈਗੇ ਆ, ਉਹਨਾਂ ਨੇ ਵੀ ਟਾਪ ਡਾਕਟਰ, ਉਹਨਾਂ ਨੇ ਵੀ ਇਹ ਕਿਹਾ ਹੈਗਾ ਕਿ ਜਿਹੜੇ ਹਸਪੀਟਲ ਦੇ ਵਿੱਚ ਹੈਗੇ ਆ, ਸੋ ਇਹ ਵੀ ਹੋ ਸਕਦਾ ਕਿ ਡੈਥ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਦੇਖਣੀਆਂ ਪੈਣ, ਕਿਉਂਕਿ 200 ਦੇ ਨੇੜੇ ਜਿਹੜੇ ਲੋਕ ਹਸਪੀਟਲਸ ਦੇ ਵਿੱਚ ਹੈਗੇ। ਪਰ ਆਪਾਂ ਨੂੰ ਲੌਂਗ ਟਰਮ ਇੰਪੈਕਟ ਨਹੀਂ ਪਤਾ। ਦੱਸਾਂ ਜਦੋਂ ਵੀ ਅੰਦਰ ਆਪਣੇ ਕਿੱਦਾਂ ਕਹਿੰਦਾ, ਕਈ ਕਹਿ ਦਿੰਦੇ ਆ ਤੁਹਾਡੇ ਜਿਹੜੇ organs ਆ ਉਹਦਾ ਦੀ ਸਵੈਲਿੰਗ ਹੋਣ ਲੱਗ ਪੈਂਦੀ ਆ। ਮੈਂ ਡਾਕਟਰ ਹੈ ਨਹੀਂ, ਪਰ ਮੈਨੂੰ ਇਹ ਜ਼ਰੂਰ ਪਤਾ ਵੀ ਜਿਹਨਾਂ ਨੂੰ ਹੋਇਆ ਆ, ਜਦੋਂ ਮੈਂ ਉਹਨਾਂ ਨਾਲ ਗੱਲ ਕਰਦੀ ਆ, ਇੱਕ ਇਨਸਾਨ ਹੈਗਾ ਉਹ ਕਹਿੰਦਾ ਪੌੜੀ ਨਹੀਂ ਸੀ ਚੜ੍ਹ ਹੁੰਦਾ। ਤੇ ਇੱਕ ਹੋਰ ਆ ਔਰਤ ਹੀ ਸੀਗੀ, ਉਹ ਕਹਿੰਦੀ ਵੀ ਮੇਰੇ ਕੋਲ ਹਾਲੇ ਤੱਕ ਘਰ ਦੇ ਵਿੱਚ ਨਾ ਵੈਕਿਊਮ ਫਿਰ ਹੁੰਦਾ, ਨਾ ਡਸਟਿੰਗ ਕਰਦੀ ਆ। ਅੱਗੇ ਕਹਿੰਦੀ ਮੈਂ ਰੋਜ਼ ਬਾਹਰ ਜਾ ਕੇ ਦੌੜਦੀ ਸੀ, ਰਨ। ਸ਼ੀ ਸੈਡ ਹੁਣ ਮੈਂ ਤਰਸਦੀ ਆ ਵੋਕ ਕਰਨ ਲਈ। ਉਹਨੂੰ 3 ਮਹੀਨੇ ਹੋ ਗਏ ਆ। ਸੋ ਹਰੇਕ ਦੀ ਸਿਸਟਮ ਡਿਫਰੈਂਟ ਤਰੀਕੇ ਦੇ ਨਾਲ ਇਹਨੂੰ ਪ੍ਰੋਸੈਸ ਕਰ ਰਹੀ ਆ ਵਾਇਰਸ ਨੂੰ ਨਾ। ਸੋ ਇਸ ਕਰਕੇ ਆਪਾਂ ਇਹ ਨਾ ਸੋਚੀਏ ਵੀ ਕੁਛ ਹੋਣਾ ਹੀ ਨਹੀਂਗਾ ਹੈਗਾ। ਹੁਣ ਆਪਾਂ ਜਦੋਂ ਨੰਬਰ ਦੇਖੀਏ, ਬਿਲਕੁਲ ਆਪਣਾ ਪੋਪੂਲੇਸ਼ਨ 5 ਮਿਲੀਅਨ ਆ, ਬਹੁਤ ਛੋਟਾ ਪੋਪੂਲੇਸ਼ਨ ਆ, ਫਿਰ ਵੀ ਕੱਲ 700 ਉੱਪਰ ਨੰਬਰ ਸੀ। that is scary। ਦੇਖ ਕੇ ਡਰ ਲੱਗਦਾ ਆ। ਹੁਣ ਕਈ ਕੈਨੇਡਾ ਦੇ ਵਿੱਚ ਪ੍ਰੋਵਿੰਸਿਸ ਹੈਗੇ ਜਿੱਥੇ ਉਹਨਾਂ ਨੂੰ ਡਰ ਲੱਗਦਾ ਵੀ ਹਸਪਤਾਲਾਂ ਵਿੱਚ ਜਗ੍ਹਾ ਨਹੀਂ ਹੋਣੀ। ਇੱਥੇ ਸਾਡੇ ਸਰਜਰੀਜ਼ ਵੀ ਹੋ ਰਹੀਆਂ ਹਾਲੇ, ਇਲੈਕਟਿਵ ਸਰਜਰੀਜ਼ ਵੀ ਹੋ ਰਹੀਆਂ ਆ, ਪਰ ਉਹ ਅੱਗੇ ਬੰਦ ਕਰਨੀਆਂ ਪਈਆਂ ਸੀ। ਮੈਂ ਨਹੀਂ ਚਾਹੁੰਦਾ ਫਿਰ ਆਪਾਂ ਨੂੰ ਬੰਦ ਕਰਨੀਆਂ ਪੈਣ। ਇਕਨੋਮੀ ਵੀ ਆਪਣੀ ਚਾਲੂ ਰਹੀ ਆ। ਬਿਲਕੁਲ। ਪਰ ਜਿਸ ਤਰ੍ਹਾਂ ਡਾਕਟਰ ਬੌਨੀ ਹੈਨਰੀ ਕਹਿੰਦੀ ਆ ਨਾ ਵੀ ਇੰਨੇ ਕੇਸਿਸ ਹੈ ਨਹੀਂ ਕੰਮ ਤੋਂ, ਵੀ ਮੈਜੋਰਿਟੀ ਆਫ ਦ ਕੇਸਿਸ ਜਿਹੜੇ ਆਉਂਦੇ ਆ ਉਹ ਸੋਸ਼ਲ ਇੰਟਰੈਕਸ਼ਨ ਤੇ ਸੋਸ਼ਲਾਈਜ਼ਿੰਗ ਤੋਂ ਆਉਂਦੇ ਆ। ਸੋ ਇਸ ਕਰਕੇ ਮੁਸ਼ਕਿਲ ਹੈਗਾ ਆ, ਬਟ ਵੀ ਹੈਵ ਟੂ ਸਟਾਪ ਸੋਸ਼ਲਾਈਜ਼ਿੰਗ। ਉਹਨੇ ਕੱਲ ਕਈ ਜਿਹੜੀ ਹੈਰਾਨ ਦੀ ਸੀਗੀ, ਮੈਂ ਹੱਸਦੀ ਸੀਗੀ, ਉਹ ਕਹਿੰਦੀ ਵੀ ਜਿਹੜੇ ਆਪਣੇ ਬਿਊਟੀ ਪਾਰਲਰਸ ਆ ਨਾ, ਨੌ ਕਰਦੇ ਆਪਣੇ ਪੈਡੀਕਿਉਰ ਕਰਦੇ ਆ, ਫੇਸ਼ੀਅਲਸ ਕਰਦੇ ਆ, ਉਹਦੇ ਵਿੱਚੋਂ ਕਹਿੰਦੀ ਕੇਸ ਹੀ ਨਹੀਂ ਕੋਈ ਨਿਕਲਿਆ। ਤੇ ਕਰਕੇ ਉੱਥੇ ਪਰਹੇਜ਼ ਰੱਖਦੇ ਆ, ਮਾਸਕ ਪਾਏ ਹੁੰਦੇ ਆ, ਉਹਨਾਂ ਦੇ ਮੋਹਰੇ ਪਰਸਪੈਕਸ ਲਾਈ ਹੁੰਦੀ ਆ। ਸੋ ਇਸ ਕਰਕੇ ਜਦੋਂ ਆਪਾਂ ਰੈਸਟੋਰੈਂਟ ਵਿੱਚ ਵੀ ਜਾਂਦੇ ਆ,
ਰੈਸਟੋਰੈਂਟਸ ਕਈਆਂ ਇੰਨਾ ਪਰਹੇਜ਼ ਰੱਖਦੀਆਂ, ਜਦੋਂ ਜਾਈਦਾ ਆ ਨਾ ਇਟ ਫੀਲਸ ਰੀਲੀ ਗੁੱਡ। ਕਈ ਹੈਗੇ ਜਿਹੜੇ ਨਹੀਂ ਕਰਦੇ, ਫਿਰ ਉੱਥੇ ਪ੍ਰੋਬਲਮ ਵੀ ਹੋ ਜਾਂਦੇ ਆ। ਬਟ ਇਸ ਵਕਤ ਆਪਾਂ ਨੂੰ ਇਹ ਸੋਚਣਾ ਪੈਣਾ ਆ ਵੀ ਅਸੀਂ ਇਸ ਬਿਮਾਰੀ ਨੂੰ ਕਿੱਦਾਂ ਰੋਕੀਏ। ਨੰਬਰ 1 ਪ੍ਰਾਇੋਰਿਟੀ। ਨਹੀਂ ਤਾਂ ਇਕਨੋਮੀ ਦਾ ਜਿੰਨਾ ਮਰਜ਼ੀ ਕਹੀ ਚੱਲੋ। ਬਿਲਕੁਲ, ਕਿਉਂਕਿ ਜਦੋਂ ਅਸੀਂ ਵੈਕਸੀਨ ਦੀ ਗੱਲ ਕਰਦੇ ਹਾਂ, ਕਈ ਕਹਿੰਦੇ ਆ ਵੈਕਸੀਨ ਆ ਗਈ ਆ, ਹੁਣ ਤਾਂ ਕਿਧਰੇ ਨਹੀਂ ਵੈਕਸੀਨ ਮਿਲ ਜਾਣੀ ਆ, ਪਰ ਵੈਕਸੀਨ ਵੀ ਇੰਨੀ ਜਲਦੀ ਜਿਹੜੀ ਨਹੀਂ ਮਿਲਣੀ। ਅਜੇ ਹੈਲਥ ਕੈਨੇਡਾ ਨੇ ਅਪਰੂਵ ਕਰਨੀ ਹੈ, ਤੇ ਨਾਲ ਜੇ ਅੱਗੇ ਲਾਕਡਾਊਨ ਜਾਂ ਸਾਨੂੰ ਹੋਰ ਕੇਸਿਸ ਦੇਖਣੇ ਪੈਂਦੇ ਆ ਤਾਂ ਜਸਟਿਨ ਟਰੂਡੋ ਨੇ ਵੀ ਕਹਿ ਦਿੱਤਾ ਹੈ ਕਿ ਜਿਹੜੇ ਰਿਸੋਰਸਿਸ ਹੈਗੇ ਆ ਉਹ ਲਿਮਿਟਡ ਹੋਣਗੇ, ਲਿਮਿਟਲੈਸ ਨਹੀਂ ਹੋਣਗੇ। ਸੋ ਇਹ ਵੀ ਸਾਨੂੰ ਚੀਜ਼ਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ। ਦੇਖੋ 2 ਵੈਕਸੀਨਸ ਆ ਜਿਹੜੀਆਂ ਆਰ ਆਲਮੋਸਟ ਰੈਡੀ ਟੂ ਗੋ, ਬਟ ਫਿਰ ਵੀ ਉਹ ਕਹਿੰਦੇ ਆ like in the springtime, they will probably go to healthcare workers and seniors, the most vulnerable. The average Canadian may not even have access till well into next fall or winter. जी बिल्कुल. So is karke dekho vaccine, there's a light at the end of the tunnel. ਪਰ ਆਪਾਂ ਇਹ ਨਾ ਸੋਚੀਏ ਵੀ ਉੱਥੇ ਲਾਈਟ ਹੈਗੀ ਆ ਤੇ ਆਪਾਂ ਉੱਥੇ ਤੱਕ ਪਹੁੰਚ ਹੀ ਨਾ ਸਕੀਏ। ਅਜੇ ਲੌਂਗ ਵੇ ਟੂ ਗੋ। ਰਾਹ ਦੇ ਵਿੱਚ ਬਹੁਤ ਨੁਕਸਾਨ ਹੋ ਸਕਦਾ ਆ। ਤੇ ਜਦੋਂ ਕਈ ਲੋਕ, ਮੈਨੂੰ ਗੁੱਸਾ ਆ ਜਾਂਦਾ ਜਦੋਂ ਕਹਿ ਦਿੰਦੇ ਕੁਛ ਨਹੀਂ, ਰੀਨ ਫਲੂ ਜਾਂ ਠੀਕ ਹੋ ਜਾਂਦੇ ਆ। ਮੈਂ ਸੋਚਦੀ ਆ 310 ਆਪਣੇ BC ਵਿੱਚ ਪੂਰੇ ਹੋ ਗਏ ਆ। ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਪੁੱਛੋ। ਬਿਲਕੁਲ, ਉਹਨਾਂ ਦੇ ਪਰਿਵਾਰਾਂ ਨੂੰ ਪੁੱਛੋ ਜਿਹੜੇ ਇਸ ਬਿਮਾਰੀ ਨਾਲ ਅੱਜ ਪੌੜੀਆਂ ਵੀ ਨਹੀਂ ਚੜ੍ਹ ਸਕਦੇ, ਉਹਨਾਂ ਨੂੰ ਜਾ ਕੇ ਪੁੱਛੋ। ਜਿਨ੍ਹਾਂ ਦੇ ਬੱਚਿਆਂ ਨੂੰ ਹੁਣ ਇਨਹੇਲਰ ਲੱਗ ਗਏ ਆ, ਉਹਨਾਂ ਨੂੰ ਜਾ ਕੇ ਪੁੱਛੋ। ਸੋ ਬਹੁਤ ਕੁਝ ਆਪਾਂ ਨੂੰ ਸੋਚਣਾ ਪੈਣਾ ਆ, ਪਰ ਇਹ ਸਾਡੇ ਹੱਥ ਵਿੱਚ ਆ। ਪਹਿਲਾਂ ਆਪਾਂ ਕਹਿੰਦਾ ਸੀ ਹੱਥ ਧੋਈ ਚੱਲੋ, ਹੱਥ ਵੀ ਧੋਵੋ। ਕੀਪ ਯੋਰ ਡਿਸਟੈਂਸ, ਵੇਅਰ ਅ ਮਾਸਕ, no social gatherings with anybody unless they live in the same household. ਜੀ ਬਿਲਕੁਲ। ਨਾਲ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੋਵਿਡ ਦੇ ਦੌਰਾਨ ਵੀ ਸਾਡੀ ਇਕਨੋਮੀ ਚੱਲਦੀ ਰਹੀ ਹੈਗੀ ਹੈ। ਅਸੀਂ ਪਹਿਲੀ ਪ੍ਰੋਵਿੰਸ ਸੀਗੀ ਜਿੱਥੇ ਟੋਟਲ ਲਾਕਡਾਊਨ ਨਹੀਂ ਕੀਤਾ ਗਿਆ ਸੀ। ਸਾਡੇ ਬਿਜ਼ਨੈਸਸ 60-50% ਚੱਲਦੇ ਰਹੇ ਸੀ। ਹੁਣ ਉਹਨਾਂ ਨੂੰ ਚੱਲਦੇ ਰੱਖਣ ਵਾਸਤੇ, ਕਿਉਂਕਿ ਬਹੁਤ ਸਾਰੇ ਸਮਾਲ ਤੇ ਮੀਡੀਅਮ ਬਿਜ਼ਨੈਸਸ ਹੈਗੇ ਆ ਜਿਨ੍ਹਾਂ ਨੂੰ ਇਹ ਕੋਵਿਡ ਕਰਕੇ ਬੰਦ ਵੀ ਹੋਣਾ ਪਿਆ, ਉਹਨਾਂ ਦੇ ਵਰਕਰਸ ਵੀ ਛੁੱਟੀ ਤੇ ਚਲੇ ਗਏ ਤੇ ਉਹਨਾਂ ਨੂੰ ਬਹੁਤ ਸਾਰਾ ਨੁਕਸਾਨ ਹੋਇਆ। BC ਸਰਕਾਰ ਦੇ ਵੱਲੋਂ ਉਹਨਾਂ ਨੂੰ ਗ੍ਰਾਂਟ ਜਾਰੀ ਕੀਤੀ ਗਈ ਹੈਗੀ ਹੈ। ਉਹ ਕੀ ਗ੍ਰਾਂਟ ਹੈਗੀ? ਦੇਖੋ, ਗ੍ਰਾਂਟ ਮਿਲੂਗਾ ਸਮਾਲ ਐਂਡ ਮੀਡੀਅਮ ਸਾਈਜ਼ ਬਿਜ਼ਨੈਸਸ ਨੂੰ ਜਿਹੜੇ ਸਟਰਗਲ ਕਰਦੇ ਆ। ਜੇ COVID-19 BC ਵੈਬਸਾਈਟ ਤੇ ਜਾਣ, ਉੱਥੇ ਸਾਰੇ ਡੀਟੇਲਸ ਹੈਗੇ ਆ। ਇਹ ਲੋਨ ਨਹੀਂ ਗੀ ਕਰਕੇ ਅਸੀਂ ਲੋਕਾਂ ਤੋਂ ਸੁਣਿਆ ਸੀਗਾ ਜਦੋਂ ਰਿਕਵਰੀ ਪੈਨਲ ਮਿਲੀ ਸੀਗੀ। ਸਮਾਲ ਐਂਡ ਮੀਡੀਅਮ ਸਾਈਜ਼ ਬਿਜ਼ਨੈਸਸ ਕਹਿੰਦੇ ਸੀ ਵੀ ਅਸੀਂ ਕਿੰਨੀਆਂ ਲੋਨ ਚੁੱਕ ਕੇ ਤੇ ਫਿਰ ਵਾਪਸ ਕਰਨੀਆਂ ਵੀ ਔਖੀਆਂ ਹੋਣੀਆਂ ਆ। ਇਸ ਕਰਕੇ from 10 to 30,000 ਤੇ ਹੁਣ ਮਿਲ ਸਕਦੇ ਆ, but you do have to qualify. ਉਹ ਸਾਰਾ ਕ੍ਰਾਈਟੇਰੀਆ COVID BC ਦੀ ਵੈਬਸਾਈਟ ਦੇ ਵਿੱਚ ਹੈਗਾ ਆ। ਤੇ ਸਾਰਿਆਂ ਨੂੰ ਕਹਿੰਦੀ ਆ ਵੀ ਉੱਥੇ ਜਾ ਕੇ ਦੇਖੋ। ਸਾਨੂੰ ਸਾਡੀ ਜਿਹੜੀ ਇਕਨੋਮੀ ਆ ਉਹਨੂੰ ਸੰਭਾਲਣਾ ਬਹੁਤ ਜ਼ਰੂਰੀ ਆ। ਇਸ ਵਕਤ ਨੰਬਰ 1 ਖਤਰਾ ਇਕਨੋਮੀ ਤੇ ਹੈਗਾ ਆ ਸਾਡਾ ਬਿਹੇਵੀਅਰ। ਜੇ ਅਸੀਂ ਨਾ ਸੰਭਾਲ ਸਕੇ ਆਪਣੇ ਆਪ ਨੂੰ, ਨਾ ਕੋਵਿਡ ਨੂੰ ਫਲੈਟਨ ਕੀਤਾ, ਫਿਰ ਸ਼ਾਇਦ ਇੰਨੀਆਂ ਸਖਤ ਪਾਬੰਦੀਆਂ ਆ ਜਾਣ ਤੇ ਆਪਾਂ ਕਈ ਬਿਜ਼ਨਸ ਨੂੰ ਬਚਾ ਨਾ ਸਕਾਂਗੇ। ਸੋ ਪਲੀਜ਼ ਜੇ ਆਪਣੇ ਲਈ ਨਹੀਂ, ਦੂਸਰਿਆਂ ਲਈ ਕਰ ਦਿਓ। ਤੁਹਾਨੂੰ ਕੀ ਲੱਗਦਾ ਕਿ ਅੱਗੇ ਸਾਨੂੰ ਹੋਰ ਲਾਕਡਾਊਨ, ਕਿਉਂਕਿ ਅੱਜ ਜਦੋਂ ਅਸੀਂ ਪ੍ਰੀਮੀਅਰ ਦੀ ਪ੍ਰੈਸ ਕਾਨਫਰੰਸ ਦੇਖੀ ਤਾਂ ਉਹਦੇ ਵਿੱਚ ਲੱਗਦਾ ਸੀਗਾ ਕਿ ਹੋਰ ਰਿਸਟ੍ਰਿਕਸ਼ਨਸ ਆ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਕਿ ਲਾਕਡਾਊਨ ਤੱਕ ਪਹੁੰਚਣ ਦੀ ਨੌਬਤ ਆ ਸਕਦੀ ਹੈ ਜੇ ਕੇਸ ਇਸ ਤਰ੍ਹਾਂ ਵੱਧਦੇ ਰਹੇ? ਦੇਖੋ, ਜਿਸ ਸਪੀਡ ਦੇ ਨਾਲ ਇਸ ਵਕਤ ਵੱਧ ਰਹੇ ਆ ਕੇਸਿਸ, ਡਰ ਲੱਗਦਾ ਹੈ। ਸੋ ਆਈ ਡੋਂਟ ਨੋ ਵਾਟ ਦ ਫਿਊਚਰ ਹੋਲਡਸ, ਬਟ ਮੈਂ ਵੀ ਸੁਣਦੀ ਸੀਗੀ ਜਦੋਂ ਪ੍ਰੀਮੀਅਰ ਨੇ ਕਿਹਾ ਸੀਗਾ ਤੇ ਸਾਰੇ ਫਿਕਰ ਵਿੱਚ ਆ। ਪੇਰੈਂਟਸ ਵੀ ਫਿਕਰ ਵਿੱਚ ਆ, ਸਟੂਡੈਂਟਸ ਵੀ ਫਿਕਰ ਵਿੱਚ ਆ, ਬਿਜ਼ਨਸ ਕਮਿਊਨਿਟੀ, ਟੂਰਿਜ਼ਮ ਇੰਡਸਟਰੀ ਨੂੰ ਅੱਗੇ ਹੀ ਇੰਨਾ ਵੱਡਾ ਜਿੱਦਾਂ ਵੀ ਉਹਨਾਂ ਦੇ ਉੱਪਰ ਉਹਨਾਂ ਨੂੰ ਸੱਟ ਲੱਗੀ ਆ ਨਾ। ਪਰ ਮੈਂ ਇੱਕ ਜ਼ਰੂਰ ਗੱਲ ਕਹੂੰਗੀ ਇਸ ਵਕਤ ਵੀ ਬਹੁਤ ਸਾਰੇ ਲੋਕ ਹੈਗੇ ਆ ਜਿਨ੍ਹਾਂ ਨੂੰ ਸਿੰਪਟਮਸ ਹੈਗੇ ਆ ਪਰ ਉਹ ਟੈਸਟ ਕਰਾਉਣ ਨਹੀਂ ਜਾਂਦੇ। ਪਲੀਜ਼ ਜਾ ਕੇ ਟੈਸਟ ਕਰਾਵੋ, ਟਾਈਮ ਨਹੀਂ ਲੱਗਦਾ। ਕਈ ਗਏ ਆ, ਕਹਿੰਦੇ ਤੁਸੀਂ ਪਹਿਲਾਂ ਅਪਾਇੰਟਮੈਂਟ ਬਣਾ ਲਓ, 10 ਦਿਨਾਂ ਵਿੱਚ, 10 ਮਿੰਟਾਂ ਦੇ ਵਿੱਚ ਤੁਸੀਂ ਬਾਹਰ ਆ ਜਾਂਦੇ ਆ। ਫਿਰ ਤੁਹਾਨੂੰ ਰਿਜ਼ਲਟ ਤੁਸੀਂ ਆਨਲਾਈਨ ਦੇਖ ਸਕਦੇ ਆ। ਸੋ ਟੈਸਟ ਕਰਾਵੋ, ਕਿਉਂਕਿ ਕਈਆਂ ਨੂੰ ਹੁੰਦਾ ਨਹੀਂ, ਚੱਲ ਕਿਤੇ ਨਹੀਂ, ਫਲੂ ਹੀ ਆ। ਪਰ ਜੇ ਤੁਹਾਡੇ ਕੋਲ ਹੋਊਗਾ, ਤੁਸੀਂ ਜਦ ਤੱਕ ਕਈਆਂ ਨੂੰ ਮਿਲਦੇ ਆ, ਤੁਸੀਂ ਸਪਰੈਡਰਸ ਹੋ ਜਾਂਦੇ ਆ। ਤੇ ਇਹ ਨੀਗਾ ਵਕਤ ਹੈਗਾ ਚੱਲ ਕਿਤੇ ਨਹੀਂ ਕਹਿਣ ਦਾ। ਇਹ ਨਹੀਂ ਵੀ ਮੈਨੂੰ ਨਹੀਂ ਕੁਛ ਹੋਣਾ, ਵੀ ਠੀਕ ਆ, ਜੋ ਹੋ ਜਾਊਗਾ ਹੋ ਜਾਊਗਾ। ਇਹ ਤਾਂ ਆਪਾਂ ਨੂੰ ਇੱਦਾਂ ਸੋਚਣਾ ਪੈਣਾ ਆ ਵੀ ਸਾਨੂੰ ਆਪਣੇ ਲਈ, ਆਪਣੇ ਬੱਚਿਆਂ ਲਈ
ਆਪਣੇ ਮਾਂ-ਪਿਓ ਲਈ, ਆਪਣੇ ਗੁਆਂਢ ਦੇ ਮਾਂ-ਪਿਓ ਲਈ ਜੀ ਇਹ ਪਰਹੇਜ਼ ਰੱਖਣੇ ਪੈਣੇ। ਕੱਲਾ BC ਨਹੀਂ, ਸਾਨੂੰ ਕੈਨੇਡਾ ਦੇ ਆਲ ਓਵਰ ਕੈਨੇਡਾ ਦੇ ਵਿੱਚ ਜਿੰਨੇ ਵੀ ਸਾਨੂੰ ਦੇਖ ਰਹੇ ਆ, ਸੁਣ ਰਹੇ ਆ, ਜਾਂ ਜਿਹੜੇ ਵੀ ਰਹਿ ਰਹੇ ਹੈਗੇ ਆ, ਉਹਨਾਂ ਨੂੰ ਵੀ ਚਾਹੀਦਾ ਕਿ ਅਸੀਂ ਹੋਰ ਪ੍ਰੋਵਿੰਸਸ ਨੂੰ ਵਿਜ਼ਿਟ ਨਾ ਕਰੀਏ, ਸਿਰਫ ਆਪਣੀ ਪ੍ਰੋਵਿੰਸ ਜਾਂ ਆਪਣੇ ਨੇਬਰਹੁੱਡ ਦੇ ਵਿੱਚ ਹੀ ਰਹੀਏ। ਅਸੀਂ ਤਾਂ ਇਹ ਵੀ ਕਿਹਾ ਪ੍ਰੋਵਿੰਸ ਵਿੱਚ ਵੀ ਨਾ ਟਰੈਵਲ ਕਰੋ, ਜੀ, ਲਾਈਕ ਈਵਨ ਇਨ ਸਰੀ ਤੁਹਾਨੂੰ ਦੂਸਰੇ ਸ਼ਹਿਰ 'ਚ ਜਾਣ ਦੀ ਲੋੜ ਨਹੀਂ ਅਨਲੈਸ ਇਟਸ ਐਸੈਂਸ਼ੀਅਲ। ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗੀ, ਦੂਸਰੇ ਨੂੰ ਕਹਿਣਾ ਬਹੁਤ ਸੌਖਾ ਜੀ, ਪਰ ਜੇ ਆਪਾਂ ਸਾਰਾ ਗੌਰ ਕਰੀਏ, ਆਪ ਜੋ ਕੁਛ ਕਹਿੰਦੇ ਆ ਕਰੀਏ, ਉਹਦੇ ਨਾਲ ਬਹੁਤ ਫਰਕ ਪੈ ਜਾਣਾ। ਇਹ ਨਹੀਂ ਵੀ ਆਪਾਂ ਨੂੰ ਨਹੀਂ ਪਤਾ ਵੀ ਇਹ ਕਿੱਦਾਂ ਕਰਨਾ ਹੈ, ਆਪਾਂ ਕਰਕੇ ਦਿਖਾ ਸਕੇ ਹਟੇ ਆ। ਆਪਾਂ ਸਾਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਸੀਗਾ ਵੀ ਕਿੱਦਾਂ ਵਧੀਆ ਤਰੀਕੇ ਦੇ ਨਾਲ ਇਕਨੋਮੀ ਵੀ ਚੱਲਦੀ ਰਹੀ ਆ, ਵੀ ਕਿਸ ਤਰ੍ਹਾਂ BC ਨੇ ਸੰਭਾਲਿਆ। ਫਿਰ ਪਤਾ ਨਹੀਂ ਸਾਨੂੰ ਕਿੱਦਾਂ ਵੀ ਥੋੜਾ ਜਿੱਦਾਂ ਨਸ਼ਾ ਜਿਹਾ ਹੀ ਹੋ ਗਿਆ ਵੀ ਚੱਲ ਸਭ ਕੁਝ ਠੀਕ ਹੀ ਹੋ ਗਿਆ ਹੈ। ਬਿਲਕੁਲ, ਅਸੀਂ ਵਰਚੁਅਲੀ ਕਰਨਾ ਸਿੱਖ ਗਏ ਹੈਗੇ ਆ। ਹੁਣ ਬਹੁਤ ਸਾਰੇ ਆਪਸ਼ਨਸ ਹੈਗੇ ਆ, ਅਸੀਂ ਜੇ ਕਿਸੇ ਨੂੰ ਦੇਖਣਾ ਆ, ਕਿਸੇ ਨਾਲ ਗੱਲ ਕਰਨੀ ਆ, ਉਹ ਇਸ ਤਰ੍ਹਾਂ ਹੀ ਲੱਗਦਾ ਹੁੰਦਾ ਅਸੀਂ ਕੋਲ ਹੀ ਬੈਠੇ ਆ, ਅਸੀਂ ਵਰਚੁਅਲ ਕਾਲ ਕਰ ਸਕਦੇ ਆ, ਅਸੀਂ ਕਿਸੇ ਨਾਲ ਕੰਮ ਵਰਕ ਫਰੋਮ ਹੋਮ ਕਿੰਨੇ ਵਧੀਆ ਤਰੀਕੇ ਨਾਲ ਅਸੀਂ ਘਰਾਂ ਦੇ ਵਿੱਚ ਬੈਠ ਕੇ ਵੀ ਕੰਮ ਕੀਤਾ। ਸੋ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਸਾਨੂੰ ਆਦਤ ਪਾ ਲੈਣੀ ਚਾਹੀਦੀ ਹੈ ਕਿ ਅਸੀਂ ਵਰਚੁਅਲੀ ਕੰਮ ਕਰ ਸਕਦੇ ਆ। ਦੇਖੋ, ਇਨਸਾਨ ਦੇ ਵਿੱਚ ਇੱਕ ਜ਼ਰੂਰਤ ਹੈਗੀ ਆ ਦੂਸਰੇ ਇਨਸਾਨ ਨੂੰ ਮਿਲਣ ਦੀ, ਕਰਕੇ ਉਹਦੇ ਜੇ ਨਹੀਂ ਮਿਲੀਦਾ ਫਿਰ ਮੈਂਟਲ ਹੈਲਥ ਇਸ਼ੂਜ਼ ਵੀ ਬਹੁਤ ਹੋ ਜਾਂਦੇ ਆ। ਤੇ ਇੱਕ ਨਾ ਜਦੋਂ ਵੀ ਆਪਾਂ ਇੱਕ ਦੂਸਰੇ ਨੂੰ ਮਿਲੀਦਾ ਆ, ਹੱਗ ਕਰੀਦਾ ਆ, ਇੱਕ ਦੂਸਰੇ ਦਾ ਹੱਥ ਫੜੀਦਾ ਆ, ਉਹਦੇ ਨਾਲ ਜਿਹੜੀ ਸਾਨੂੰ ਸ਼ਾਂਤੀ ਮਿਲਦੀ ਆ, ਜਿਹੜਾ ਸਾਨੂੰ ਪਿਆਰ ਮਿਲਦਾ, ਜਿਹੜਾ ਸਾਨੂੰ ਵੀ ਸਕੂਨ ਮਿਲਦਾ ਆ, ਉਹ ਤੁਹਾਨੂੰ ਜ਼ੂਮ ਵਿੱਚੋਂ ਨਹੀਂ ਆਉਣਾ। ਪਰ ਆ ਜਿਹੜੇ ਪਰਹੇਜ਼ ਰੱਖਣਾ ਹੈ ਇਹ ਸਦਾ ਲਈ ਨਹੀਂ, ਇਹ ਇਸ ਵਕਤ ਲਈ ਆ। ਇਸ ਵਕਤ ਇਹ ਜ਼ਰੂਰੀ ਆ। ਜੇ ਆਪਾਂ ਗਾਂ ਫੇਰ ਹੱਗ ਕਰਨਾ ਆ, ਕਿਸੇ ਦਾ ਹੱਥ ਫੜਨਾ ਆ, ਅੱਜ ਸਾਡਾ ਫਰਜ਼ ਬਣਦਾ ਵੀ ਅਸੀਂ ਪਰਹੇਜ਼ ਰੱਖ ਕੇ ਇਸ ਕੋਵਿਡ ਦੀ ਕਰਵ ਨੂੰ ਫਲੱਟ ਕਰੀਏ। ਬਿਲਕੁਲ, ਤੇ ਨਾਲ ਹੁਣ ਜਦੋਂ ਮੈਂ ਵਰਚੁਅਲ ਦੀ ਗੱਲ ਕੀਤੀ ਹੈ, ਤੁਹਾਡੇ ਕੰਮ ਵੀ ਵਰਚੁਅਲ ਹੋ ਰਹੇ ਹੈਗੇ ਆ। ਹੁਣ ਨਵੀਂ ਕੈਬਨਿਟ ਆਉਣੀ ਹੈਗੀ ਆ, ਨਵੇਂ MLAs ਨੇ ਜਿਹੜੀ ਸਹੁੰ ਚੁੱਕਣੀ ਹੈਗੀ ਆ, ਸੋ ਉਹ ਵੀ ਹੁਣ ਅਨਾਉਂਸ ਹੋ ਗਿਆ ਹੈ ਕਿ 26 ਤਰੀਕ ਨੂੰ ਮਿਨਿਸਟਰਸ ਸਾਡੇ ਸਾਹਮਣੇ ਆ ਜਾਣਗੇ, ਉਹ ਵੀ ਸਾਰਾ ਵਰਚੁਅਲ ਹੀ ਹੋਣਾ ਹੈ। ਦੇਖੋ, ਲਾਈਫ ਦੇ ਵਿੱਚ ਬਹੁਤ ਕੁਝ ਬਦਲ ਗਿਆ ਹੈ। ਅਸੀਂ ਅੰਤਮ ਸੰਸਕਾਰ ਵੀ ਲਾਈਵ ਸਟਰੀਮਿੰਗ ਲਈ ਕਰਨ ਲੱਗ ਪਏ ਆ, ਵਿਆਹ ਸ਼ਾਦੀਆਂ ਵੀ, ਖੁਸ਼ੀਆਂ ਵੀ ਉੱਦਾਂ ਹੀ ਮਨਾਈਦੀਆਂ ਆ, ਕੰਮ ਵੀ ਉੱਦਾਂ ਹੀ ਕਰੀਦੇ ਆ। ਹੁਣ ਪਹਿਲੀ ਵਾਰ ਮੈਨੂੰ ਲੱਗਦਾ ਆ ਵੀ ਸਵੈਰਿੰਗ ਇਨ ਫॉर ਨਿਊ MLAs ਵੀ ਵਰਚੁਅਲ ਹੋਊਗੀ, ਤੇ ਗਾਂ ਕੈਬਨਿਟ ਦੀ ਸਵੈਰਿੰਗ ਇਨ ਵੀ ਵਰਚੁਅਲ ਹੋਊਗੀ, ਤੇ ਗਾਂ ਜਦੋਂ ਸਾਡੀ ਪਾਰਲੀਮੈਂਟ ਵੀ ਖੁੱਲਣੀ ਆ ਉਹ ਵੀ ਅਲੱਗ ਤਰੀਕੇ ਨਾਲ ਖੁੱਲੂਗੀ। ਸੋ ਬਹੁਤ ਕੁਝ ਬਦਲ ਗਿਆ ਆ, ਪਰ ਇਹ ਸਦਾ ਲਈ ਨਹੀਂ, ਥੋੜੇ ਕੁ ਵਕਤ ਲਈ ਹੈਗਾ ਆ। ਆਪਣੇ ਕੋਲ ਬਹੁਤ ਵਧੀਆ ਮੌਕੇ ਆਉਣੇ ਆ ਜਦੋਂ ਆਪਾਂ ਇੱਕ ਦੂਸਰੇ ਨੂੰ ਮਿਲਣਾ ਵੀ ਆ, ਪਾਰਟੀਆਂ ਵੀ ਕਰਨੀਆਂ ਆ, ਇੱਕ ਦੂਸਰੇ ਨਾਲ ਖਾਣਾ ਵੀ ਖਾਣਾ ਆ, ਪਰ ਉਹ ਆ ਵਕਤ ਹੈ ਨਹੀਂਗਾ। ਆ ਵਕਤ ਹੈਗਾ ਆ ਟੂ ਫੋਲੋ ਡਾਕਟਰ ਹੈਨਰੀਜ਼ ਪ੍ਰੋਟੋਕੋਲਸ। ਜੇ ਆਪਾਂ ਹੁਣ ਫੋਲੋ ਕਰਾਂਗੇ, ਫਿਰ ਆਉਂਦੇ 2-3 ਮਹੀਨਿਆਂ ਦੇ ਵਿੱਚ ਆਪਾਂ ਨੂੰ ਉਹ ਖੁਸ਼ੀਆਂ ਮਿਲਣਗੀਆਂ, ਤੇ ਆਪਣੀ ਵੀ ਸਿਹਤ ਹੋਊਗੀ, ਜਿਹੜੇ ਅਸੀਂ ਪਿਆਰ ਕਰਦੇ ਜਿਨ੍ਹਾਂ ਦੇ ਨਾਲ, ਉਹ ਵੀ ਸਹੀ ਸਲਾਮਤ, ਉਹਨਾਂ ਦੀ ਸਿਹਤ ਵੀ ਠੀਕ ਹੋਊਗੀ। ਫਿਰ ਆਪਾਂ ਇਹ ਖੁਸ਼ੀਆਂ ਮਨਾ ਸਕਦੇ ਹਾਂ। ਜੇ ਅੱਜ ਅਸੀਂ ਪਰਹੇਜ਼ ਨਾ ਰੱਖਿਆ, ਕਿਸੇ ਹੋਰ ਦਾ ਨੁਕਸਾਨ ਹੋ ਗਿਆ, ਉਹਦੇ ਨਾਲ ਜੀਣਾ ਬਹੁਤ ਹੀ ਮੁਸ਼ਕਲ ਹੈ। ਬਿਲਕੁਲ, ਤੇ ਨਾਲ ਹੁਣ ਜਿਵੇਂ ਪਾਬੰਦੀਆਂ ਲੱਗ ਰਹੀਆਂ ਹੈਗੀਆਂ, ਸਾਨੂੰ ਧਿਆਨ ਰੱਖਣਾ ਚਾਹੀਦਾ। ਨਾਲ ਕੋਵਿਡ ਨੇ ਸਾਨੂੰ ਲੈਸਨ ਬੜਾ ਵਧੀਆ ਸਿਖਾ ਦਿੱਤਾ ਹੈਗਾ ਆ ਕਿ ਸਾਨੂੰ ਸਿਹਤਦਾਰੀ ਦਾ ਪਹਿਲਾਂ ਧਿਆਨ ਰੱਖਣਾ, ਆਪਦੇ ਨਾਲ ਦੂਜਿਆਂ ਦਾ ਵੀ ਧਿਆਨ ਰੱਖਣਾ ਹੈਗਾ ਆ। ਸੋ ਜਿਹੜੇ ਤੁਹਾਨੂੰ ਦੇਖ ਰਹੇ ਸੁਣ ਰਹੇ ਹੈਗੇ ਆ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਐਂਡ ਦੇ ਉੱਤੇ? ਐਂਡ ਤੇ ਜਾ ਕੇ ਮੈਂ ਸਾਰਿਆਂ ਦੇ ਮੂਹਰੇ ਕੋਈ ਬੇਨਤੀ ਕਰਦੀ ਹਾਂ, ਆਪਾਂ ਪਿਛਲੇ 9 ਮਹੀਨਿਆਂ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ COVID-19 ਨੂੰ ਸੰਭਾਲ ਲਿਆ ਸੀਗਾ, ਕਰਵ ਫਲੱਟ ਕਰ ਦਿੱਤੀ ਸੀਗੀ, ਸਿੰਗਲ ਡਿਜਿਟ ਤੇ ਆਪਣੇ ਨਵੇਂ ਕੇਸਿਸ ਚੱਲ ਗਏ ਸੀਗੇ, ਤੇ ਹਸਪੀਟਲਾਈਜੇਸ਼ਨ ਵਾਸ ਆਲਸੋ ਸਿੰਗਲ ਡਿਜਿਟ। ਇਸ ਵਕਤ ਉਹ ਸਪਾਈਕ ਇਸ ਤਰ੍ਹਾਂ ਜਾ ਰਹੀ ਆ ਜਿੱਦਾਂ ਹਾਕੀ ਸਟਿਕ ਹੁੰਦੀ ਆ। ਇਸ ਕਰਕੇ ਸਾਰਿਆਂ ਦੇ ਮੂਹਰੇ ਬੇਨਤੀ ਹੈਗੀ ਆ, ਫੋਲੋ ਡਾਕਟਰ ਹੈਨਰੀਜ਼ ਪ੍ਰੋਟੋਕੋਲਸ। ਇੱਕ, ਨਾ ਵਿਜ਼ਿਟ ਕਰੋ, ਨਾ ਕੋਈ ਤੁਹਾਡੇ ਘਰ ਵਿਜ਼ਿਟ ਕਰਨ ਆਵੇ। No socializing whatsoever except with the people who live in the same household as you. ਜੇ ਬਾਹਰ ਜਾਣਾ ਆ, ਗਰੋਸਰੀ ਸ਼ਾਪਿੰਗ ਕਰਨ ਜਾਣਾ ਆ, ਜਾਂ ਹੋਰ ਬਾਹਰ ਤੁਹਾਡਾ ਕੰਮ ਹੈਗਾ ਆ ਲਾਗੇ ਆਲੇ ਦੁਆਲੇ, wear a mask. wear a mask. keep 6 foot distance. ਜੇ ਤੁਸੀਂ ਵੋਕ ਤੇ ਵੀ ਜਾਂਦੇ ਆ, ਮੈਂ ਜਾਂਦੀ ਆ ਵੋਕ ਤੇ, ਟਰਾਈ ਤਾਂ ਕਰਦੀ ਆ ਰੋਜ਼, ਫਿਰ ਵੀ ਮਾਸਕ ਸਦਾ ਹੀ ਮੇਰੇ ਹੱਥ ਵਿੱਚ ਹੁੰਦਾ ਆ, ਇੱਥੇ ਵੀ ਆ ਲਾਗੇ ਹੀ ਪਿਆ ਆ, ਉਹ ਤੁਸੀਂ ਪਾ ਲਵੋ ਜੇ ਤੁਹਾਡੇ ਕੋਲ ਕੋਈ ਲਾਗੇ ਤੁਹਾਡੇ ਆਉਂਦਾ ਆ। ਜੇ ਦੂਰ ਹੈਗੇ ਆ, ਫਿਰ ਬਾਹਰ ਥੋੜੀ ਹਵਾ ਠੀਕ ਆ। ਨਾ ਹੀ ਕਿਤੇ ਟਰੈਵਲ ਕਰੋ, ਨਾ ਦੂਸਰੀ ਪ੍ਰੋਵਿੰਸ ਨੂੰ ਇਸ ਵਕਤ ਜਾਵੋ। ਮੈਂ ਤਾਂ ਕਹਿੰਦੀ ਆ ਇਸ ਵਕਤ ਆਪਣੀ ਜਿਹੜੀ ਇਮੀਡੀਏਟ ਨੇਬਰਹੁੱਡ ਆ,
ਉਹ ਵੀ ਨਾ ਛੱਡੋ। ਸਵਾ ਜੇ ਤੁਸੀਂ ਕੰਮ ਤੇ ਜਾਣਾ ਆ ਜਾਂ ਤੁਹਾਡੇ ਕੋਲ ਕੋਈ ਐਸੈਂਸ਼ੀਅਲ ਕੰਮ ਹੈਗਾ ਆ, ਜੇ ਆਪਾਂ ਇਹ ਕਰਾਂਗੇ, ਆ ਜਿਹੜਾ ਕੋਵਿਡ ਹੁਣ ਇਦਾਂ ਫੈਲ ਗਿਆ ਆ, ਆਪਾਂ ਇਹਨੂੰ ਇੱਕ ਵਾਰੀ ਫੇਰ ਕਾਬੂ ਕਰ ਸਕਦੇ ਆ। ਆਪਾਂ ਇਹ ਨਾ ਸੋਚੀਏ ਵੀ ਇਹ ਮੈਨੂੰ ਨਹੀਂ ਹੋਣਾ, ਆਪਾਂ ਇਹ ਨਾ ਸੋਚੀਏ ਵੀ ਉਹ ਇੱਥੇ ਨਹੀਂ ਫੈਲਣਾ, ਕਰਕੇ ਆਪਾਂ ਦੇਖ ਰਹੇ ਹਾਂ ਵੀ ਇੱਥੇ ਬਹੁਤ ਹੀ ਤੇਜ਼ੀ ਨਾਲ ਫੈਲ ਰਿਹਾ ਆ। ਇਹ ਜਿਹੜਾ ਕੋਵਿਡ ਵਾਇਰਸ ਹੈਗਾ ਆ, ਇਹ ਨਾ ਰੰਗ ਦੇਖਦਾ, ਨਾ ਧਰਮ ਦੇਖਦਾ, ਨਾ ਦੇਖਦਾ ਹੈਗਾ ਆ ਵੀ ਤੁਸੀਂ ਅਮੀਰ ਆ ਜਾਂ ਗਰੀਬ ਆ। ਇਹ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨਾ ਪੈਣਾ ਆ। ਬੇਸ਼ੱਕ ਦੀ ਅਸੀਂ ਸਾਊਥ ਸਰੀ 'ਚ ਰਹਿੰਦੇ ਹਾਂ, ਬੇਸ਼ੱਕ ਦੀ ਨਿਊਟਨ 'ਚ ਰਹਿੰਦੇ ਹਾਂ, ਬੇਸ਼ੱਕ ਦੀ ਵੈਨਕੂਵਰ 'ਚ ਰਹਿੰਦੇ ਹਾਂ ਜਾਂ ਐਬਟਸਫੋਰਡ ਵਿੱਚ ਰਹਿੰਦੇ ਹਾਂ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈਗੀ ਆ। ਤੇ ਮੈਂ ਸਾਰਿਆਂ ਦੇ ਮੂਹਰੇ ਬੇਨਤੀ ਕਰਦੀ ਹਾਂ, ਆਓ ਆਪਾਂ ਇੱਕ ਵਾਰੀ ਫੇਰ ਇਸ ਕੋਵਿਡ ਵਾਇਰਸ ਨੂੰ ਕਾਬੂ ਕਰਕੇ ਕਰਵ ਨੂੰ ਫਲੱਟ ਕਰੀਏ ਤੇ ਆਪਣੀ ਇਕਨੋਮੀ ਤੇ ਆਪਣੀ ਸਿਹਤ ਚਾਲੂ ਰੱਖੀਏ। ਬਿਲਕੁਲ, ਥੈਂਕ ਯੂ ਸੋ ਮਚ ਫॉर ਆਲ ਦਾ ਇਨਫੋਰਮੇਸ਼ਨ ਜਿਨੀ। ਥੈਂਕ ਯੂ ਐਂਡ ਟੇਕ ਕੇਅਰ। ਥੈਂਕ ਯੂ ਜੀ। ਬਿਲਕੁਲ, ਜਿੱਦਾਂ ਜਿਨੀ ਸਿਮਸ ਨੇ ਦੱਸਿਆ ਕਿ ਸਾਨੂੰ ਰੈਗੂਲੇਸ਼ਨਸ ਰੂਲਸ ਨੂੰ ਫੋਲੋ ਕਰਨਾ ਚਾਹੀਦਾ ਹੈ, ਕਿਉਂਕਿ ਇਹ ਕੋਵਿਡ ਕੋਈ ਬਾਰਡਰ ਨਹੀਂ ਦੇਖਦਾ, ਕੋਈ ਧਰਮ, ਨਸਲ, ਜਾਤ ਕੁਝ ਨਹੀਂ ਦੇਖਦਾ ਹੈ। ਇਹ ਸਿਰਫ ਹਿਊਮਨ ਟੂ ਹਿਊਮਨ ਫੈਲ ਰਿਹਾ ਹੈਗਾ ਜਿੰਨਾ ਚਿਰ ਇਹਦੀ ਵੈਕਸੀਨ ਨਹੀਂ ਆਉਂਦੀ। ਪਰ ਵੈਕਸੀਨ ਤੋਂ ਬਾਅਦ ਵੀ ਆਈਸੋਲੇਟ ਕਰਨ ਦੀ ਜ਼ਰੂਰਤ ਹੋਏਗੀ, ਜਿਵੇਂ WHO ਵਾਲੇ ਸਾਨੂੰ ਦੱਸ ਰਹੇ ਆ ਕਿ ਬਹੁਤ ਚੀਜ਼ਾਂ ਹਜੇ ਸਾਹਮਣੇ ਆਉਣੀਆਂ ਨੇ। ਸਾਲ 2 ਸਾਲ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਹੀ, ਪ੍ਰੀਕਾਸ਼ਨਸ ਦੇ ਵਿੱਚ ਹੀ ਗੁਜ਼ਾਰਨੇ ਪੈ ਸਕਦੇ ਨੇ। ਪਰ ਸਾਨੂੰ ਹੁਣ ਫਲੂ ਸੀਜ਼ਨ ਦੇ ਵਿੱਚ ਹੋਰ ਵੀ ਜਿਹੜੀ ਇਨਫੋਰਮੇਸ਼ਨ ਦੇ ਨਾਲ ਤੇ ਨਾਲ ਪ੍ਰੀਕਾਸ਼ਨ ਦੇ ਨਾਲ ਰਹਿਣਾ ਪੈਣਾ ਕਿ ਕਿੱਥੇ ਕਿੱਥੇ ਕੇਸ ਵੱਧ ਰਹੇ ਹੈਗੇ ਨੇ, ਸਾਨੂੰ ਕਿਹੜੀਆਂ ਚੀਜ਼ਾਂ ਧਿਆਨ 'ਚ ਰੱਖਣ ਦੀ ਲੋੜ ਹੈ। ਪਰ ਇਸ ਵਕਤ ਸਾਨੂੰ ਘਰ ਦੇ ਵਿੱਚ, ਆਪਣੇ ਨੇਬਰਹੁੱਡ ਦੇ ਵਿੱਚ ਹੀ ਰਹਿਣ ਦੀ ਲੋੜ ਹੈਗੀ ਹੈ। ਸਾਨੂੰ ਨਾਨ ਐਸੈਂਸ਼ੀਅਲ ਜਿਹੜੇ ਟਰੈਵਲ ਹੈਗੇ ਆ ਉਹ ਨਹੀਂ ਕਰਨੇ ਚਾਹੀਦੇ। ਐਸੈਂਸ਼ੀਅਲ ਟਰੈਵਲ ਜਿਹੜੇ ਆ ਸਿਰਫ ਉਹਦੇ ਲਈ ਜਾਣਾ ਚਾਹੀਦਾ। ਸੋ ਹੋਰ ਤੁਹਾਨੂੰ ਕੋਵਿਡ ਦੇ ਪ੍ਰਤੀ ਇਨਫੋਰਮੇਸ਼ਨ ਜਿਹੜੀ ਪਹੁੰਚਾਉਂਦੇ ਰਵਾਂਗੇ। BC ਸਰਕਾਰ ਕੀ ਕੁਝ ਕਰ ਰਹੀ ਹੈ, ਤੁਹਾਨੂੰ ਇਨਫੋਰਮੇਸ਼ਨ ਦਿੰਦੇ ਰਵਾਂਗੇ। ਪਰ ਤੁਸੀਂ ਖਿਆਲ ਰੱਖੋ, ਡਾਇਰੈਕਸ਼ਨ ਨੂੰ ਫੋਲੋ ਕਰਦੇ ਰਹੋ, ਪ੍ਰੀਕਾਸ਼ਨਸ ਨੂੰ ਫੋਲੋ ਕਰਦੇ ਰਹੋ। ਦੇਖਦੇ ਰਹੋ ਸਾਂਝਾ TV ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।